ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ। ਰੋਟੀ ਖਾਂਦੇ ਖਾਂਦੇ ਗੁਰਜੋਤ ਦੇ ਹੱਥ ਰੁਕ ਗਏ। ਨਾਲ ਦੇ ਕਮਰੇ ਵਿੱਚੋਂ ਮੰਮੀ ਦੀ ਆਵਾਜ਼ ਆ ਰਹੀ ਸੀ। ਇਸ ਦਿਨ ਲਈ ਮੈਂ ਇਸ ਨੂੰ ਪਾਲ ਪਲੋਸ ਕੇ ਵੱਡਾ ਕੀਤਾ ਸੀ। ਇੱਕ ਦਿਨ ਇਹ ਸਾਨੂੰ ਇਸ ਤਰ੍ਹਾਂ ਰਵਾਏਗਾ। ਸਾਹਿਬਜ਼ਾਦਾ ਵੱਡਾ ਹੋ ਗਿਆ ਨਾ, ਇਸ ਲਈ ਆਪਣੀ ਜ਼ਿੰਦਗੀ ਦਾ ਫੈਸਲਾ ਖੁਦ ਹੀ ਕਰੇਗਾ। ਇਸ ਨੂੰ ਮਾਂ ਪਿਓ ਦੀ ਹੁਣ ਕੀ ਜ਼ਰੂਰਤ ਹੈ। ਗੁਰਜੋਤ ਨੇ ਹੱਥ ਵਿੱਚ ਫੜੀ ਰੋਟੀ ਹੇਠਾਂ ਥਾਲੀ ਵਿੱਚ ਰੱਖ ਦਿੱਤੀ ਤੇ ਪਾਣੀ ਪੀ ਕੇ ਉੱਠ ਪਿਆ। ਕੀ ਗੱਲ ਹੈ ਗੁਰਜੋਤ, ਰੋਟੀ ਕਿਉਂ ਛੱਡ ਦਿੱਤੀ ਤੇ ਮੰਮੀ ਪਾਪਾ ਸਵੇਰੇ ਸਵੇਰੇ ਰੌਲਾ ਕਿਉਂ ਪਾ ਰਹੇ ਹਨ? ਮੈਂ ਚਾਹ ਮੇਜ਼ ਤੇ ਰੱਖ ਕੇ ਉਸ ਦੇ ਕੋਲ ਬੈਠ ਗਈ। ਗੁਰਜੋਤ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਚੁੱਪਚਾਪ ਆਪਣਾ ਬੈਗ ਚੱਕਿਆ ਤੇ ਬੈਂਕ ਚਲਾ ਗਿਆ। ਮੈਂ ਹੈਰਾਨ ਹੋ ਕੇ ਉਸ ਨੂੰ ਜਾਂਦਾ ਵੇਖ ਰਹੀ ਸੀ। 2 ਦਿਨ ਪਹਿਲਾਂ ਮੈਂ ਆਪਣੇ ਸਹੁਰਿਆਂ ਤੋਂ ਆਪਣੇ ਪੇਕੇ ਬੀਐਡ ਪੂਰੀ ਕਰਨ ਲਈ ਆਈ ਸੀ। ਜਦੋਂ ਮੈਂ ਘਰੇ ਆਈ ਤਾਂ ਮੈਨੂੰ ਘਰ ਦਾ ਮਾਹੌਲ ਕੁਝ ਠੀਕ ਨਹੀਂ ਲੱਗ ਰਿਹਾ ਸੀ। ਮੰਮੀ ਪਾਪਾ ਨੇ ਮੈਨੂੰ ਗਲੇ ਲਗਾ ਕੇ ਮੇਰਾ ਮੱਥਾ ਚੁੰਮਿਆ। ਉਸ ਵਕਤ ਤਾਂ ਮੈਂ ਕੁਝ ਨਾ ਪੁੱਛਿਆ, ਪਰ ਮੈਨੂੰ ਘਰ ਦਾ ਮਾਹੌਲ ਠੀਕ ਨਹੀਂ ਲੱਗ ਰਿਹਾ ਸੀ। ਫਿਰ ਸ਼ਾਮ ਹੋਈ ਤਾਂ ਗੁਰਜੋਤ ਘਰ ਆਇਆ। ਤਾਂ ਜਦੋਂ ਮੈਂ ਗੁਰਜੋਤ ਦਾ ਮੂੰਹ ਵੇਖਿਆ ਤਾਂ ਮੈਨੂੰ ਲੱਗਿਆ ਮੇਰਾ ਅੰਦਾਜ਼ਾ ਗਲਤ ਨਹੀਂ ਹੈ। ਘਰ ਵਿੱਚ ਕੋਈ ਨਾ ਕੋਈ ਗੱਲ ਨੂੰ ਲੈ ਕੇ ਜ਼ਰੂਰ ਪਰੇਸ਼ਾਨੀ ਚੱਲ ਰਹੀ ਹੈ। ਫਿਰ ਅੱਜ ਸਵੇਰ ਦੀ ਹੀ ਗੱਲ ਸੀ। ਗੁਰਜੋਤ ਦਾ ਭੁੱਖੇ ਬੈਂਕ ਜਾਣਾ ਤੇ ਮੰਮੀ ਪਾਪਾ ਦਾ ਉਸ ਨੂੰ ਊਟ ਪਟਾਂਗ ਬੋਲਣਾ, ਇਹ ਗੱਲਾਂ ਮੇਰੀ ਸਮਝ ਵਿੱਚ ਨਹੀਂ ਆ ਰਹੀਆਂ ਸੀ। ਗੁਰਜੋਤ ਦੇ ਜਾਂਦੇ ਹੀ ਮੈਂ ਮੰਮੀ ਕੋਲ ਗਈ ਤੇ ਮੰਮੀ ਨੂੰ ਕਿਹਾ, ਕੀ ਗੱਲ ਆ ਮੰਮੀ, ਗੁਰਜੋਤ ਅੱਜ ਬਿਨਾਂ ਰੋਟੀ ਖਾਧੇ ਹੀ ਬੈਂਕ ਕਿਉਂ ਚਲਾ ਗਿਆ? ਇੱਧਰ ਤੁਸੀਂ ਦੋਨੇ ਗੁੱਸੇ ਵਿੱਚ ਬੈਠੇ ਹੋ। ਆਖਰ ਗੱਲ ਕੀ ਹੋਈ ਹੈ? ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ? ਕੀ ਦਸੀਏ ਤੈਨੂੰ, ਇਸ ਮੁੰਡੇ ਨੇ ਸਾਨੂੰ ਕਿਸੇ ਥਾਂ ਜੋਗਾ ਨਹੀਂ ਛੱਡਿਆ। ਇਸ ਦੇ ਰਿਸ਼ਤੇ ਦੀ ਕਿਤੋਂ ਦੱਸ ਪਈ ਸੀ। ਕੁੜੀ ਤੇ ਪਰਿਵਾਰ ਬਹੁਤ ਵਧੀਆ ਸੀ। ਮੈਂ ਇਸ ਨੂੰ ਕੁੜੀ ਦੀ ਫੋਟੋ ਦਿਖਾਈ ਤੇ ਅੱਗੋਂ ਕਹਿੰਦਾ ਮੈਂ ਆਪਣੇ ਲਈ ਕੁੜੀ ਲੱਭ ਲਈ ਹੈ। ਫੋਟੋ ਤੱਕ ਵੀ ਇਸ ਨੇ ਨਹੀਂ ਵੇਖੀ ਤੇ ਤੇਰੇ ਪਾਪਾ ਨੇ ਉਹਨਾਂ ਨੂੰ ਮੁੰਡਾ ਦੇਖਣ ਲਈ ਹਾਂ ਕਰ ਦਿੱਤੀ ਸੀ। ਹੁਣ ਤੂੰ ਹੀ ਦੱਸ, ਤੇਰੇ ਪਾਪਾ ਨੂੰ ਗੁੱਸਾ ਆਏਗਾ ਜਾਂ ਨਹੀਂ? ਮੰਮੀ ਦੀ ਗੱਲ ਸੁਣ ਕੇ ਮੈਂ ਹੱਸ ਪਈ। ਮੈਂ ਕਿਹਾ, ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਮੰਮੀ? ਹੁਣ ਜ਼ਮਾਨਾ ਬਦਲ ਗਿਆ ਹੈ। ਹੁਣ ਅਕਸਰ ਹੀ ਮੁੰਡੇ ਕੁੜੀਆਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲੈਂਦੇ ਹਨ। ਜੇ ਗੁਰਜੋਤ ਨੇ ਕੁੜੀ ਲੱਭ ਲਈ ਤਾਂ ਫਿਰ ਕਿਹੜੀ ਵੱਡੀ ਗੱਲ ਆ? ਮੰਮੀ ਕਹਿੰਦੀ ਗਲਤ ਗੱਲ ਨਾ ਕਰਿਆ ਕਰ ਰੁਪਿੰਦਰ ਤੂੰ। ਉਸ ਨੂੰ ਸਮਝਾ ਦੇ ਕਿ ਉਸ ਦਾ ਵਿਆਹ ਉੱਥੇ ਹੀ ਹੋਏਗਾ ਜਿੱਥੇ ਅਸੀਂ ਕਹਾਂਗੇ। ਮੈਂ ਪਰੇਸ਼ਾਨ ਹੋ ਕੇ ਆਪਣੇ ਕਮਰੇ ਵਿੱਚ ਆ ਗਈ। ਜਦੋਂ ਸ਼ਾਮ ਨੂੰ ਗੁਰਜੋਤ ਬੈਂਕ ਤੋਂ ਵਾਪਸ ਘਰ ਆਇਆ ਤਾਂ ਮੈਂ ਉਸ ਨਾਲ ਲੜੀ। ਮੈਂ ਕਿਹਾ ਕਿ ਹੁਣ ਇੰਨੀ ਬੇਗਾਨੀ ਹੋ ਗਈ ਹਾਂ ਮੈਂ, ਤੂੰ ਹੁਣ ਮੈਨੂੰ ਆਪਣੇ ਦਿਲ ਦੀ ਗੱਲ ਵੀ ਨਹੀਂ ਦੱਸੇਗਾ। ਅੱਗੋਂ ਗੁਰਜੋਤ ਕਹਿੰਦਾ, ਸੱਚ ਦੱਸਾਂ ਤਾਂ ਦੀਦੀ, ਮੈਂ ਰਸਤੇ ਵਿੱਚ ਇਹੀ ਸੋਚਦਾ ਆ ਰਿਹਾ ਸੀ। ਅੱਜ ਸਾਰੀ ਗੱਲ ਤੇਰੇ ਨਾਲ ਕਰਾਂਗਾ। ਹਾਂ ਦੱਸ ਫਿਰ, ਕੌਣ ਹੈ ਉਹ ਕੁੜੀ ਜਿਹੜੀ ਤੈਨੂੰ ਪਸੰਦ ਹੈ? ਦੀਦੀ, ਉਸ ਦਾ ਨਾਂ ਪ੍ਰਨੀਤ ਹੈ। ਉਹ ਬੈਂਕ ਵਿੱਚ ਮੇਰੇ ਨਾਲ ਕੰਮ ਕਰਦੀ ਹੈ। ਉਹ ਬਹੁਤ ਸਮਝਦਾਰ ਕੁੜੀ ਹੈ, ਪਰ ਮੰਮੀ ਪਾਪਾ ਨੇ ਬਿਨਾਂ ਦੇਖੇ ਹੀ ਉਸ ਨੂੰ ਬੇਪਸੰਦ ਕਰ ਦਿੱਤਾ। ਦੇਖ ਗੁਰਜੋਤ, ਮੰਮੀ ਪਾਪਾ ਦੀ ਗੱਲ ਦਾ ਬੁਰਾ ਨਾ ਮੰਨ। ਉਹ ਦੋਨੇ ਪੁਰਾਣੇ ਖਿਆਲਾਂ ਦੇ ਹਨ। ਆਪਾਂ ਦੋਨੇ ਮਿਲ ਕੇ ਉਹਨਾਂ ਨੂੰ ਮਨਾਉਣ ਦਾ ਯਤਨ ਕਰਾਂਗੇ। ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਪ੍ਰਨੀਤ ਨੂੰ ਮੈਨੂੰ ਕਦੋਂ ਮਿਲਵਾਏਗਾ? ਦੀਦੀ, ਕੱਲ੍ਹ ਨੂੰ ਐਤਵਾਰ ਹੈ। ਮੈਂ ਪ੍ਰਨੀਤ ਨੂੰ ਰੈਸਟੋਰੈਂਟ ਵਿੱਚ ਬੁਲਾ ਲਵਾਂਗਾ। ਉੱਥੇ ਹੀ ਆਪਾਂ ਚਲੇ ਜਾਵਾਂਗੇ ਤੇ ਤੁਸੀਂ ਉਸ ਨੂੰ ਮਿਲ ਲਿਓ। ਅਗਲੇ ਦਿਨ ਮੈਂ ਗੁਰਜੋਤ ਦੋਨੇ ਰੈਸਟੋਰੈਂਟ ਵਿੱਚ ਗਏ। ਅਸੀਂ ਦੋਨੇ ਹਜੇ ਜਾ ਕੇ ਬੈਠੇ ਹੀ ਸੀ ਕਿ ਓਨੀ ਦੇਰ ਨੂੰ ਇੱਕ ਬਹੁਤ ਸੋਹਣੀ ਗੋਰੀ ਚਿੱਟੀ ਕੁੜੀ ਸਾਡੇ ਕੋਲ ਆ ਗਈ ਤੇ ਗੁਰਜੋਤ ਨੇ ਦੱਸਿਆ ਕਿ ਦੀਦੀ, ਆਹ ਪ੍ਰਨੀਤ ਹੈ। ਪ੍ਰਨੀਤ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਅਸੀਂ ਕੌਫੀ ਦਾ ਆਰਡਰ ਕਰ ਦਿੱਤਾ। ਕੌਫੀ ਪੀਂਦੇ ਪੀਂਦੇ ਮੈਂ ਪ੍ਰਨੀਤ ਨੂੰ ਉਸ ਦੇ ਪਰਿਵਾਰ ਦੇ ਬਾਰੇ ਵਿੱਚ ਪੁੱਛਦੀ ਰਹੀ, ਜਿਸ ਦਾ ਉਸਨੇ ਬੜੇ ਪਿਆਰ ਸਤਿਕਾਰ ਨਾਲ ਜਵਾਬ ਦਿੱਤਾ। ਮੈਂ ਪ੍ਰਨੀਤ ਨੂੰ ਕਿਹਾ ਕਿ ਤੈਨੂੰ ਪਤਾ ਹੀ ਹੋਏਗਾ ਕਿ ਮੰਮੀ ਪਾਪਾ ਤੇਰੇ ਤੇ ਗੁਰਜੋਤ ਦੇ ਰਿਸ਼ਤੇ ਲਈ ਬਿਲਕੁਲ ਵੀ ਤਿਆਰ ਨਹੀਂ ਹਨ। ਜੇ ਗੁਰਜੋਤ ਤੈਨੂੰ ਛੱਡ ਕੇ ਮੰਮੀ ਪਾਪਾ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਵੇ ਤਾਂ ਤੈਨੂੰ ਕੀ ਮਹਿਸੂਸ ਹੋਵੇਗਾ? ਵਿੱਚੋਂ ਹੀ ਗੁਰਜੋਤ ਟੋਕਦਾ ਹੋਇਆ ਮੈਨੂੰ ਕਹਿੰਦਾ, ਦੀਦੀ, ਇਹ ਤੁਸੀਂ ਕੀ ਕਹਿ ਰਹੇ ਹੋ? ਮੈਂ ਗੁਰਜੋਤ ਨੂੰ ਕਿਹਾ ਕਿ ਤੂੰ ਚੁੱਪ ਕਰ, ਮੈਂ ਗੱਲ ਕਰ ਰਹੀ ਹਾਂ। ਮੈਂ ਫਿਰ ਉਸ ਨੂੰ ਦੁਬਾਰਾ ਉਹੀ ਸਵਾਲ ਕੀਤਾ। ਪ੍ਰਨੀਤ ਮੇਰੀ ਗੱਲ ਸੁਣ ਕੇ ਥੋੜ੍ਹੀ ਪਰੇਸ਼ਾਨ ਜਿਹੀ ਹੋ ਗਈ। ਕਹਿੰਦੀ, ਦੀਦੀ, ਮੈਂ ਭਲਾ ਕੀ ਕਰ ਸਕਦੀ ਹਾਂ? ਮੈਂ ਕਿਹਾ, ਪ੍ਰਨੀਤ,
ਤੂੰ ਆਤਮ ਹੱਤਿਆ ਵਰਗਾ ਕਦਮ ਤਾਂ ਨਹੀਂ ਚੁੱਕੇਂਗੀ? ਪਰਨੀਤ ਕਹਿੰਦੀ, ਨਹੀਂ ਦੀਦੀ, ਮੈਂ ਇੰਨੀ ਕਮਜ਼ੋਰ ਵੀ ਨਹੀਂ ਹਾਂ। ਮੈਂ ਜ਼ਿੰਦਗੀ ਵਿੱਚ ਸੰਘਰਸ਼ ਕਰਨਾ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਆਤਮ ਹੱਤਿਆ ਕਾਇਰਾਂ ਦਾ ਕੰਮ ਹੁੰਦਾ ਹੈ। ਇਹੋ ਜਿਹਾ ਕੰਮ ਕਰਕੇ ਮੈਂ ਆਪਣੇ ਮਾਂ-ਪਿਓ ਤੇ ਭਰਾ ਨੂੰ ਜਿਉਂਦੇ ਜੀ ਨਹੀਂ ਮਾਰਨਾ ਚਾਹੁੰਦੀ। ਪਰਨੀਤ ਦਾ ਜਵਾਬ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਪਰਨੀਤ ਦੇ ਮੂੰਹ 'ਤੇ ਪੋਲਾ ਜਿਹਾ ਹੱਥ ਰੱਖ ਕੇ ਕਿਹਾ ਕਿ ਮੈਨੂੰ ਆਪਣੇ ਭਰਾ ਦੀ ਪਸੰਦ 'ਤੇ ਮਾਣ ਹੈ। ਮੈਂ ਤੁਹਾਨੂੰ ਦੋਨਾਂ ਨੂੰ ਮਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਫਿਰ ਅਸੀਂ ਵਾਪਸ ਘਰ ਆ ਗਏ ਤੇ ਰਸਤੇ ਵਿੱਚ ਗੁਰਜੋਤ ਮੈਨੂੰ ਕਹਿੰਦਾ, ਦੀਦੀ ਤੈਨੂੰ ਪਰਨੀਤ ਕਿਵੇਂ ਦੀ ਲੱਗੀ? ਮੈਂ ਕਿਹਾ, ਬਹੁਤ ਸੋਹਣੀ ਤੇ ਸਮਝਦਾਰ। ਮੈਂ ਸੋਚਦੀ ਹਾਂ ਕਿ ਤੇਰਾ ਵਿਆਹ ਉਸ ਨਾਲ ਹੀ ਹੋਣਾ ਚਾਹੀਦਾ ਹੈ। ਮੇਰਾ ਜਵਾਬ ਸੁਣ ਕੇ ਗੁਰਜੋਤ ਨੂੰ ਥੋੜ੍ਹੀ ਤਸੱਲੀ ਹੋ ਗਈ। ਇੱਕ ਦਿਨ ਕਾਲਜ ਤੋਂ ਮੈਂ ਵਾਪਸ ਆਈ ਤਾਂ ਪਰਨੀਤ ਮੇਰੇ ਨਾਲ ਸੀ। ਮੈਂ ਉਸ ਨੂੰ ਘਰ ਲੈ ਆਈ ਤੇ ਮੈਂ ਮੰਮੀ ਨੂੰ ਮਿਲਾਇਆ। ਮੈਂ ਕਿਹਾ, ਮੰਮੀ ਇਹ ਪਰਨੀਤ ਹੈ, ਗੁਰਬੀਰ ਦੀ ਭੂਆ ਦੀ ਕੁੜੀ। ਇਸ ਨੂੰ ਸਾਡੇ ਸ਼ਹਿਰ ਵਿੱਚ ਹੀ ਨੌਕਰੀ ਮਿਲ ਗਈ ਹੈ। ਮੰਮੀ ਨੇ ਪਰਨੀਤ ਨੂੰ ਪੁੱਛਿਆ ਕਿ ਤੇਰੇ ਮੰਮੀ ਪਾਪਾ ਕਿੱਥੇ ਹਨ? ਮੰਮੀ ਪਾਪਾ ਤਾਂ ਮੋਗੇ ਰਹਿੰਦੇ ਹਨ। ਮੈਂ ਇੱਥੇ ਹੋਸਟਲ ਵਿੱਚ ਰਹਿੰਦੀ ਹਾਂ। ਜਿਸ ਤਰ੍ਹਾਂ ਮੈਂ ਪਰਨੀਤ ਨੂੰ ਸਿਖਾਇਆ ਸੀ, ਪਰਨੀਤ ਨੇ ਉਸ ਤਰ੍ਹਾਂ ਹੀ ਸਭ ਕੁਝ ਮੰਮੀ ਨੂੰ ਬੋਲ ਦਿੱਤਾ। ਮੰਮੀ ਨੇ ਪਰਨੀਤ ਨੂੰ ਕਿਹਾ ਕਿ ਇਸ ਨੂੰ ਤੂੰ ਆਪਣਾ ਹੀ ਘਰ ਸਮਝੀ। ਜਦੋਂ ਜੀ ਕੀਤਾ ਉਦੋਂ ਹੀ ਆ ਜਾਈਂ। ਉਸ ਤੋਂ ਬਾਅਦ ਪਰਨੀਤ ਦਾ ਜਾਣਾ ਆਉਣਾ ਸਾਡੇ ਘਰੇ ਸ਼ੁਰੂ ਹੋ ਗਿਆ। ਮੰਮੀ ਨਾਲ ਉਸ ਦੀ ਬਹੁਤ ਬਣਦੀ ਸੀ। ਹੁਣ ਜੇ 2-4 ਦਿਨ ਪਰਨੀਤ ਸਾਡੇ ਘਰ ਨਾ ਆਉਂਦੀ ਤਾਂ ਮੰਮੀ ਮੈਨੂੰ ਪੁੱਛ ਕੇ ਪਰੇਸ਼ਾਨ ਕਰ ਦਿੰਦੀ। ਇੱਕ ਦਿਨ ਦੁਪਹਿਰੇ ਪਰਨੀਤ ਸਾਡੇ ਘਰੇ ਆਈ। ਮੈਂ ਉਸ ਟਾਈਮ ਕਾਲਜ ਗਈ ਹੋਈ ਸੀ। ਜਦੋਂ ਉਹ ਸਾਡੇ ਘਰੇ ਆਈ ਤਾਂ ਉਸ ਨੂੰ ਮੰਮੀ ਦੀ ਚੀਕ ਸੁਣਾਈ ਦਿੱਤੀ। ਉਹ ਭੱਜ ਕੇ ਮੰਮੀ ਦੇ ਕੋਲ ਗਈ ਤਾਂ ਉਸਨੇ ਦੇਖਿਆ ਕਿ ਮੰਮੀ ਦਾ ਪੈਰ ਪੌੜੀਆਂ ਤੋਂ ਤਿਲਕ ਗਿਆ ਹੈ ਤੇ ਮੰਮੀ ਡਿੱਗ ਗਏ ਹਨ। ਪਰਨੀਤ ਨੇ ਉਸ ਨੂੰ ਸਹਾਰਾ ਦੇ ਕੇ ਖੜਾ ਕੀਤਾ। ਮੰਮੀ ਦੇ ਸੱਜੇ ਹੱਥ 'ਤੇ ਸੱਟ ਲੱਗ ਗਈ ਸੀ। ਹੱਥ ਨੂੰ ਹਿਲਾਉਣ ਵਿੱਚ ਵੀ ਤਕਲੀਫ ਮਹਿਸੂਸ ਹੋ ਰਹੀ ਸੀ। ਪਰਨੀਤ ਮੰਮੀ ਨੂੰ ਐਕਟਿਵਾ 'ਤੇ ਬਿਠਾ ਕੇ ਡਾਕਟਰ ਕੋਲ ਲੈ ਗਈ। ਡਾਕਟਰ ਨੇ ਐਕਸਰਾ ਕੀਤਾ ਤੇ ਮੰਮੀ ਦੇ ਹੱਥ 'ਤੇ ਪਲਸਤਰ ਲਗਾ ਦਿੱਤਾ। ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਸਾਰੇ ਬਹੁਤ ਘਬਰਾ ਗਏ। ਤਾਂ ਮੰਮੀ ਕਹਿੰਦੇ, ਪਰਨੀਤ ਬਹੁਤ ਹੀ ਸਮਝਦਾਰ ਕੁੜੀ ਹੈ। ਉਸਨੇ ਜਿਸ ਸਮਝਦਾਰੀ ਨਾਲ ਮੇਰੀ ਦੇਖਭਾਲ ਕੀਤੀ, ਮੈਂ ਸੋਚਦੀ ਹਾਂ ਕਿ ਉਹ ਘਰ ਬਹੁਤ ਹੀ ਕਿਸਮਤ ਵਾਲਾ ਹੋਏਗਾ ਜਿਸ ਘਰ ਦੀ ਇਹ ਨੂੰਹ ਬਣ ਕੇ ਜਾਏਗੀ। ਮੈਂ ਗੁਰਜੋਤ ਵੱਲ ਵੇਖ ਕੇ ਹੱਸ ਪਈ ਤੇ ਮੈਂ ਮੰਮੀ ਨੂੰ ਕਿਹਾ, ਮੰਮੀ ਆਪਾਂ ਹੀ ਕਿਉਂ ਨਾ ਆਪਣੇ ਘਰ ਨੂੰ ਕਿਸਮਤ ਵਾਲਾ ਬਣਾ ਲਈਏ? ਮੰਮੀ ਕਹਿੰਦੀ, ਜੇ ਮੇਰੇ ਵੱਸ ਹੁੰਦਾ ਤਾਂ ਮੈਂ ਕਦੋਂ ਦਾ ਬਣਾ ਚੁੱਕੀ ਹੁੰਦੀ। ਜੇ ਇਹਨੂੰ ਵੀ ਕੋਈ ਅਕਲ ਆਵੇ ਤਾਂ। ਪਤਾ ਨਹੀਂ ਕਿਹੋ ਜਿਹੀ ਕੁੜੀ ਪਸੰਦ ਕਰਕੇ ਬੈਠਾ ਹੈ। ਮੰਮੀ ਨੇ ਗੁਰਜੋਤ ਵੱਲ ਗੁੱਸੇ ਨਾਲ ਵੇਖਿਆ। ਮੈਂ ਮੰਮੀ ਨੂੰ ਜੱਫੀ ਪਾ ਕੇ ਕਿਹਾ, ਮੰਮੀ ਇੰਨੀ ਨਾਰਾਜ਼ ਕਿਉਂ ਹੁੰਦੀ ਹੈ? ਤੇਰਾ ਮੁੰਡਾ ਬਹੁਤ ਸਮਝਦਾਰ ਹੈ। ਇਸ ਨੇ ਪਰਨੀਤ ਨੂੰ ਹੀ ਪਸੰਦ ਕੀਤਾ ਹੋਇਆ ਹੈ। ਮੰਮੀ ਇੱਕਦਮ ਹੈਰਾਨ ਹੋ ਗਈ। ਕਹਿੰਦੀ, ਕੀ ਮਤਲਬ ਤੁਹਾਡਾ? ਮੈਂ ਕਿਹਾ, ਮਤਲਬ ਇਹੀ ਹੈ ਮੰਮੀ ਕਿ ਪਰਨੀਤ ਗੁਰਬੀਰ ਦੀ ਭੂਆ ਦੀ ਕੁੜੀ ਨਹੀਂ। ਇਹ ਉਹੀ ਕੁੜੀ ਹੈ ਜਿਸ ਨੂੰ ਗੁਰਜੋਤ ਨੇ ਪਸੰਦ ਕੀਤਾ ਹੈ। ਫਿਰ ਮੈਂ ਮੰਮੀ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੱਲ ਦੱਸੀ ਤੇ ਕਿਹਾ, ਤੁਸੀਂ ਦੋਨਾਂ ਨੇ ਤਾਂ ਬਿਨਾਂ ਦੇਖੇ ਹੀ ਕੁੜੀ ਨੂੰ ਰਿਜੈਕਟ ਕਰ ਦਿੱਤਾ ਸੀ। ਮੇਰੇ ਕੋਲ ਤੁਹਾਨੂੰ ਇਸ ਨੂੰ ਮਿਲਾਉਣ ਦਾ ਹੋਰ ਕੋਈ ਰਸਤਾ ਨਹੀਂ ਸੀ। ਮੈਂ ਅਜੇ ਗੱਲ ਕਰ ਹੀ ਰਹੀ ਸੀ, ਉਹਨੇ ਨੂੰ ਪਾਪਾ ਵੀ ਕਮਰੇ ਵਿੱਚ ਆ ਗਏ ਤੇ ਮੰਮੀ ਕਹਿੰਦੀ, ਸੁਣਿਆ ਤੁਸੀਂ ਰੁਪਿੰਦਰ ਕੀ ਕਹਿ ਰਹੀ ਹੈ? ਮੰਮੀ ਅਜੇ ਵੀ ਹੈਰਾਨ ਸੀ ਤੇ ਪਾਪਾ ਕਹਿੰਦੇ ਕਿ ਮੈਂ ਸਭ ਕੁਝ ਸੁਣ ਲਿਆ ਹੈ। ਤੇ ਪਾਪਾ ਵਾਪਸ ਆਪਣੇ ਕਮਰੇ ਵਿੱਚ ਚਲੇ ਗਏ ਕਿਉਂਕਿ ਪਾਪਾ ਨੂੰ ਸੋਚਣ ਸਮਝਣ ਲਈ ਟਾਈਮ ਚਾਹੀਦਾ ਸੀ। ਅਗਲੇ ਦਿਨ ਤੱਕ ਮੈਂ ਤੇ ਗੁਰਜੋਤ ਇਸ ਟੈਨਸ਼ਨ ਵਿੱਚ ਹੀ ਰਹੇ ਕਿ ਪਾਪਾ ਪਤਾ ਨਹੀਂ ਕੀ ਜਵਾਬ ਦੇਣਗੇ। ਫਿਰ ਰਾਤ ਨੂੰ ਰੋਟੀ ਖਾਣ ਦੇ ਵਕਤ ਪਾਪਾ ਗੁਰਜੋਤ ਨੂੰ ਕਹਿੰਦੇ, ਗੁਰਜੋਤ ਜੇ ਤੈਨੂੰ ਪਰਨੀਤ ਪਸੰਦ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਉਸ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਸਾਨੂੰ ਵੀ ਖੁਸ਼ੀ ਹੋਏਗੀ। ਪਰ ਕੁੜੀ ਵਾਲਿਆਂ ਦੇ ਘਰ ਗੱਲ ਕਰਨ ਅਸੀਂ ਨਹੀਂ ਜਾਵਾਂਗੇ। ਉਹਨਾਂ ਨੂੰ ਸਾਡੇ ਘਰ ਆਉਣਾ ਪਏਗਾ। ਗੁਰਜੋਤ ਕਹਿੰਦਾ, ਇਹ ਕੋਈ ਵੱਡੀ ਗੱਲ ਨਹੀਂ ਪਾਪਾ, ਉਹ ਗੱਲ ਕਰਨ ਆਪਣੇ ਘਰ ਆ ਜਾਣਗੇ। ਗੁਰਜੋਤ ਨੇ ਫੋਨ ਕਰਕੇ ਸਾਰੀ ਗੱਲ ਪਰਨੀਤ ਨੂੰ ਦੱਸੀ ਤੇ ਅਗਲੇ ਦਿਨ ਐਤਵਾਰ ਨੂੰ ਪਰਨੀਤ ਦੇ ਮੰਮੀ ਪਾਪਾ ਸਾਡੇ ਘਰ ਆਏ। ਕੁਝ ਟਾਈਮ ਗੱਲਾਂ ਬਾਤਾਂ ਕਰਨ ਤੋਂ ਬਾਅਦ ਪਾਪਾ ਕਹਿੰਦੇ, ਸਾਨੂੰ ਤੁਹਾਡੀ ਕੁੜੀ ਪਸੰਦ ਹੈ।
ਅਸੀਂ ਇਸ ਰਿਸ਼ਤੇ ਲਈ ਤਿਆਰ ਹਾਂ। ਤੁਸੀਂ ਅੰਗੇਜਮੈਂਟ ਦੀ ਤਰੀਕ ਕੱਢ ਲਓ। ਪਰਨੀਤ ਦੀ ਮੰਮੀ ਕਹਿੰਦੀ ਕਿ ਦੇਖੋ ਵੀਰ ਜੀ, ਖੁੱਲ੍ਹ ਕੇ ਗੱਲ ਕਰਨਾ ਚੰਗੀ ਗੱਲ ਹੁੰਦੀ ਹੈ। ਤੁਸੀਂ ਸਾਨੂੰ ਖੁੱਲ੍ਹ ਕੇ ਦੱਸ ਦਿਓ ਕਿ ਤੁਹਾਡੀ ਕੋਈ ਡਿਮਾਂਡ ਤਾਂ ਨਹੀਂ ਹੈ। ਪਾਪਾ ਕਹਿੰਦੇ ਸਾਡੀ ਤਾਂ ਡਿਮਾਂਡ ਕੋਈ ਨਹੀਂ, ਪਰ ਵਿਆਹ ਵਧੀਆ ਹੋਣਾ ਚਾਹੀਦਾ ਹੈ। ਜੇ ਕੁਝ ਦੇਣਾ ਵੀ ਹੈ ਤਾਂ ਤੁਸੀਂ ਆਪਣੀ ਧੀ ਨੂੰ ਹੀ ਦੇਣਾ ਹੈ। ਤੇ ਪਾਪਾ ਮੰਮੀ ਵੱਲ ਦੇਖ ਕੇ ਹੱਸਣ ਲੱਗ ਪਿਆ। ਪਾਪਾ ਕਹਿੰਦੇ ਜੇ ਤੁਸੀਂ ਆਪਣੀ ਮਰਜ਼ੀ ਨਾਲ ਇਸ ਦਾ ਵਿਆਹ ਕਰਦੇ ਤਾਂ ਵੀ ਤੁਸੀਂ ਇਸ ਨੂੰ ਕੁਝ ਨਾ ਕੁਝ ਤਾਂ ਦਿੰਦੇ, ਤੇ ਸਾਡੇ ਘਰੇ ਸਾਰੀਆਂ ਚੀਜ਼ਾਂ ਹਨ, ਇਸ ਲਈ ਜੇ ਕੁਝ ਦੇਣਾ ਵੀ ਹੋਵੇ ਤਾਂ ਨਗਦ ਹੀ ਦੇ ਦੇਣਾ। ਗੁਰਜੋਤ ਕਹਿੰਦਾ ਪਾਪਾ ਤੁਸੀਂ ਇਹ ਕੀ ਕਹਿ ਰਹੇ ਹੋ? ਗੁਰਜੋਤ ਬਹੁਤ ਹੈਰਾਨ ਹੋ ਗਿਆ। ਉਸ ਨੂੰ ਪਾਪਾ ਤੋਂ ਇਹ ਉਮੀਦ ਨਹੀਂ ਸੀ। ਮੰਮੀ ਕਹਿੰਦੀ ਕਿ ਗੁਰਜੋਤ ਤੂੰ ਵੱਡਿਆਂ ਦੀ ਗੱਲ ਵਿੱਚ ਨਾ ਬੋਲ। ਪਰਨੀਤ ਦੇ ਪਾਪਾ ਕਹਿੰਦੇ ਭਾਈ ਸਾਹਿਬ ਤੁਸੀਂ ਸਪਸ਼ਟ ਦੱਸ ਦਿਓ ਤਾਂ ਫਿਰ ਠੀਕ ਰਹੇਗਾ। ਕਿੰਨੇ ਨਗਦ ਪੈਸੇ ਲੈਣੇ ਆ ਤੁਸੀਂ? ਕਮ ਸੇ ਕਮ ਕੋਈ 5 ਲੱਖ ਤਾਂ ਤੁਹਾਨੂੰ ਦੇਣਾ ਹੀ ਚਾਹੀਦਾ ਹੈ। ਪਾਪਾ ਤੇ ਮੰਮੀ ਇੱਕ ਦੂਜੇ ਵੱਲ ਵੇਖਣ ਲੱਗੇ। ਗੁਰਜੋਤ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਉਹ ਉੱਠ ਕੇ ਅੰਦਰ ਚਲਾ ਗਿਆ। ਗੁਰਜੋਤ ਦੇ ਅੰਦਰ ਜਾਣ ਤੋਂ ਬਾਅਦ ਪਰਨੀਤ ਦੇ ਮੰਮੀ ਪਾਪਾ ਵੀ ਉੱਠ ਕੇ ਖੜੇ ਹੋ ਗਏ। ਪਰਨੀਤ ਦਾ ਪਾਪਾ ਕਹਿੰਦਾ ਅਸੀਂ ਘਰੇ ਸਲਾਹ ਕਰਕੇ ਤੁਹਾਨੂੰ ਦੱਸਾਂਗੇ। ਉਹਨਾਂ ਦੇ ਜਾਣ ਤੋਂ ਬਾਅਦ ਗੁਰਜੋਤ ਗੁੱਸੇ ਵਿੱਚ ਕਹਿੰਦਾ ਪਾਪਾ ਮੈਂ ਕਦੇ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਤੁਹਾਡੀ ਸੋਚ ਇੰਨੀ ਛੋਟੀ ਹੋਏਗੀ। ਦੇਖੋ ਬੇਟਾ, ਅਸੀਂ ਤੇਰੀ ਗੱਲ ਮੰਨ ਲਈ। ਤੇਰੀ ਪਸੰਦ ਦੀ ਕੁੜੀ ਨਾਲ ਤੇਰਾ ਵਿਆਹ ਕਰ ਰਹੇ ਹਾਂ। ਹੁਣ ਵਿਆਹ ਵਿੱਚ ਕੀ ਹੋਏਗਾ ਤੇ ਕੀ ਨਹੀਂ ਹੋਏਗਾ ਇਹ ਸੋਚਣਾ ਸਾਡਾ ਕੰਮ ਹੈ, ਤੇਰਾ ਨਹੀਂ। ਨਹੀਂ ਪਾਪਾ, ਇਹ ਗੱਲ ਠੀਕ ਨਹੀਂ ਹੈ। ਮੈਂ ਦਾਜ ਨਹੀਂ ਲਵਾਂਗਾ, ਚਾਹੇ ਕੁਝ ਵੀ ਹੋ ਜਾਏ। ਠੀਕ ਹੈ, ਫਿਰ ਤੂੰ ਵੀ ਕੰਨ ਖੋਲ ਕੇ ਗੱਲ ਸੁਣ ਲੈ। ਤੇਰਾ ਵੀ ਪਰਨੀਤ ਨਾਲ ਵਿਆਹ ਨਹੀਂ ਹੋਏਗਾ। ਅਸੀਂ ਇਸ ਰਿਸ਼ਤੇ ਨੂੰ ਜਵਾਬ ਦੇ ਦਿਆਂਗੇ। ਗੁਰਜੋਤ ਕਹਿੰਦਾ ਹੁਣ ਵਿਆਹ ਵੀ ਹੋਏਗਾ ਤੇ ਮੈਂ ਦਾਜ ਵੀ ਨਹੀਂ ਲਵਾਂਗਾ। ਇਹ ਗੱਲ ਤਾਂ ਪੱਕੀ ਹੈ, ਭਾਵੇਂ ਮੈਨੂੰ ਕੁਝ ਵੀ ਕਰਨਾ ਪਏ। ਪਾਪਾ ਕਹਿੰਦੇ ਕਿ ਇਹ ਮੇਰਾ ਘਰ ਹੈ। ਜੇ ਇੱਥੇ ਰਹਿਣਾ ਹੈ ਤਾਂ ਮੇਰੀ ਗੱਲ ਮੰਨਣੀ ਪਏਗੀ। ਜੇ ਇਹ ਗੱਲ ਹੈ ਪਾਪਾ ਤਾਂ ਮੈਂ ਇਹ ਘਰ ਛੱਡ ਦਿਆਂਗਾ। ਗੁਰਜੋਤ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੈਂ ਹੱਕੀ ਬੱਕੀ ਇਹ ਸਾਰਾ ਤਮਾਸ਼ਾ ਵੇਖਦੀ ਰਹਿ ਗਈ। ਮੈਂ ਤਾਂ ਸਮਝ ਰਹੀ ਸੀ ਕਿ ਗੁਰਜੋਤ ਦੇ ਵਿਆਹ ਦੀ ਸਮੱਸਿਆ ਹੱਲ ਹੋ ਗਈ ਹੈ, ਪਰ ਹੁਣ ਤਾਂ ਗੱਲ ਉਸ ਤੋਂ ਉਲਟ ਹੋ ਗਈ ਸੀ। ਜੇ ਮੈਂ ਅਗਲੇ ਦਿਨ ਮੰਮੀ ਨਾਲ ਗੱਲ ਕੀਤੀ ਤਾਂ ਉਹ ਨਾਰਾਜ਼ਗੀ ਵਿਖਾਉਂਦੀ ਹੋਈ ਕਹਿੰਦੀ ਦੇਖ ਰੁਪਿੰਦਰ, ਤੂੰ ਗੁਰਜੋਤ ਦੀ ਤਰਫਦਾਰੀ ਨਾ ਕਰ। ਤੇਰੇ ਪਾਪਾ ਵਿਆਹ ਲਈ ਰਾਜ਼ੀ ਹੋ ਗਏ, ਕੀ ਇਹ ਛੋਟੀ ਗੱਲ ਹੈ? ਜੇ ਉਹ ਵਿਆਹ ਵਿੱਚ ਆਪਣੀ ਧੀ ਨੂੰ ਥੋੜ੍ਹਾ ਬਹੁਤਾ ਦਾਜ ਦੇ ਵੀ ਦੇਣਗੇ ਤਾਂ ਫਿਰ ਕਿਹੜਾ ਅਸਮਾਨ ਡਿੱਗ ਪਏਗਾ। ਅਸੀਂ ਕੋਈ ਦੁਨੀਆ 'ਤੇ ਪਹਿਲੇ ਮਾਂ-ਪਿਓ ਤਾਂ ਨਹੀਂ ਜਿਹੜੇ ਦਾਜ ਮੰਗ ਰਹੇ ਹਾਂ, ਤੇ ਫਿਰ ਮੰਮੀ ਗੁਰਜੋਤ ਵੀ ਦੁਨੀਆ ਦਾ ਪਹਿਲਾ ਮੁੰਡਾ ਨਹੀਂ ਜਿਹੜਾ ਦਹੇਜ ਪ੍ਰਥਾ ਦੇ ਵਿਰੁੱਧ ਹੈ। ਸਾਰੇ ਪੜ੍ਹੇ ਲਿਖੇ ਨੌਜਵਾਨ ਹੁਣ ਦਾਜ ਦਹੇਜ ਵਿਰੁੱਧ ਆਵਾਜ਼ ਚੁੱਕਦੇ ਹਨ। ਹਾਂ, ਸਾਰੇ ਸਮਾਜ ਨੂੰ ਬਦਲਣ ਦਾ ਠੇਕਾ ਤੁਸੀਂ ਹੀ ਲੈ ਲਿਆ ਹੈ। ਮੰਮੀ ਬੁੜਬੜਾਉਂਦੀ ਹੋਈ ਰਸੋਈ ਵਿੱਚ ਚਲੀ ਗਈ। ਮੰਮੀ ਪਾਪਾ ਤੇ ਗੁਰਜੋਤ ਵਿੱਚ ਗੁੱਸਾ ਵੱਧਦਾ ਗਿਆ। ਜਦੋਂ ਗੁਰਜੋਤ ਮੰਮੀ ਪਾਪਾ ਨੂੰ ਸਮਝਾਉਂਦਾ ਥੱਕ ਗਿਆ ਤਾਂ ਉਹ ਨਹੀਂ ਮੰਨੇ, ਤਾਂ ਉਸਨੇ ਕਿਰਾਏ ਤੇ ਫਲੈਟ ਲੈ ਲਿਆ। ਉਸਨੇ ਆਪਣਾ ਸਾਰਾ ਸਮਾਨ ਆਪਣੇ ਫਲੈਟ ਵਿੱਚ ਸ਼ਿਫਟ ਕਰ ਲਿਆ ਤੇ ਜਾਂਦਾ ਹੋਇਆ ਮੰਮੀ ਪਾਪਾ ਦੇ ਪੈਰਾਂ ਨੂੰ ਹੱਥ ਲਾ ਕੇ ਰੋ ਪਿਆ ਤੇ ਕਹਿੰਦਾ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਕਦੀ ਤੁਹਾਡੇ ਤੋਂ ਇਸ ਤਰ੍ਹਾਂ ਅੱਡ ਹੋਣਾ ਪਏਗਾ। ਬਸ ਰਹਿਣ ਦੇ। ਆਪਣੇ ਇਸ ਪ੍ਰਚਾਰ ਨੂੰ ਆਪਣੇ ਕੋਲ ਹੀ ਰੱਖ। ਤੂੰ ਹਮੇਸ਼ਾ ਯਾਦ ਰੱਖੀ ਕਿ ਮੇਰੀ ਜਾਇਦਾਦ ਵਿੱਚੋਂ ਤੈਨੂੰ ਇੱਕ ਕੌਡੀ ਵੀ ਨਹੀਂ ਮਿਲੇਗੀ। ਮੈਂ ਇਹ ਘਰ ਵੀ ਕੁੜੀ ਦੇ ਨਾਂ ਕਰ ਦਿਆਂਗਾ। ਤੁਹਾਡੀ ਜਾਇਦਾਦ ਦੀ ਮੈਨੂੰ ਕੋਈ ਚਾਹਤ ਵੀ ਨਹੀਂ ਹੈ ਪਾਪਾ। ਤੁਸੀਂ ਖੁਸ਼ੀ-ਖੁਸ਼ੀ ਸਾਰਾ ਕੁਝ ਦੀਦੀ ਦੇ ਨਾਮ ਕਰ ਦਿਓ। ਇੰਨਾ ਕਹਿ ਕੇ ਗੁਰਜੋਤ ਚਲਾ ਗਿਆ। ਫਿਰ ਗੁਰਜੋਤ ਨੇ ਪਰਨੀਤ ਦੇ ਮੰਮੀ ਪਾਪਾ ਦੀ ਮਰਜ਼ੀ ਨਾਲ ਗੁਰਦੁਆਰੇ ਵਿੱਚ ਵਿਆਹ ਕਰ ਲਿਆ। ਪਰਨੀਤ ਦੇ ਮੰਮੀ ਪਾਪਾ ਨੇ ਗੁਰਜੋਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਸਾਨੂੰ ਦਹੇਜ ਦੇਣ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਵਿਆਹ ਤੋਂ ਪਹਿਲਾਂ ਗੁਰਜੋਤ ਆਪਣੇ ਮੰਮੀ ਪਾਪਾ ਨੂੰ ਵਿਆਹ ਵਿੱਚ ਆਉਣ ਲਈ ਕਹਿਣ ਆਇਆ ਸੀ, ਪਰ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਮੇਰੇ ਤੇ ਵੀਰ ਦੇ ਜਾਣ 'ਤੇ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ। 3-4 ਦਿਨ ਗੁਰਜੋਤ ਦੇ ਫਲੈਟ ਵਿੱਚ ਰਹਿ ਕੇ ਮੈਂ ਵਾਪਸ ਆਪਣੇ ਘਰ ਆ ਗਈ ਤੇ ਗੁਰਬੀਰ ਵਾਪਸ ਆਪਣੇ ਘਰ ਚਲੇ ਗਏ।
ਹੁਣ ਗੁਰਜੋਤ ਦੇ ਵਿਆਹ ਨੂੰ 4 ਮਹੀਨੇ ਹੋ ਗਏ ਸੀ। ਇਹਨਾਂ 4 ਮਹੀਨਿਆਂ ਵਿੱਚ ਨਾ ਤਾਂ ਗੁਰਜੋਤ ਘਰ ਆਇਆ ਤੇ ਨਾ ਹੀ ਮੰਮੀ ਪਾਪਾ ਗੁਰਜੋਤ ਦੇ ਘਰ ਗਏ। ਪਰ ਹੁਣ ਕੁਝ ਦਿਨ ਹੋ ਗਏ ਸੀ, ਮੈਂ ਇੱਕ ਗੱਲ ਮਹਿਸੂਸ ਕਰ ਰਹੀ ਸੀ। ਮੰਮੀ ਪਾਪਾ ਹੁਣ ਬਹੁਤ ਚੁੱਪਚਾਪ ਤੇ ਉਦਾਸ ਜਿਹੇ ਰਹਿਣ ਲੱਗੇ। ਨਾ ਤਾਂ ਉਹਨਾਂ ਨੂੰ ਦਹੇਜ ਮਿਲਿਆ ਤੇ ਨਾ ਹੀ ਨੂੰਹ ਪੁੱਤ ਦਾ ਸਾਥ। ਇੱਕ ਦਿਨ ਪਾਪਾ ਦੇ ਦੋਸਤ ਸਾਡੇ ਘਰ ਆਏ ਤੇ ਗੱਲਾਂ-ਗੱਲਾਂ ਵਿੱਚ ਕਹਿੰਦੇ, ਇੱਕ ਗੱਲ ਮੈਨੂੰ ਸਮਝ ਨਹੀਂ ਆਈ, ਜੇ ਤੂੰ ਗੁਰਜੋਤ ਨੂੰ ਵਿਆਹ ਦੀ ਇਜਾਜ਼ਤ ਦੇ ਦਿੱਤੀ ਸੀ ਤਾਂ ਫਿਰ ਗੁਰਜੋਤ ਘਰੋਂ ਕਿਉਂ ਚਲਾ ਗਿਆ ਤੇ ਫਿਰ ਉਸਨੇ ਗੁਰਦੁਆਰੇ ਜਾ ਕੇ ਕਿਉਂ ਵਿਆਹ ਕਰ ਲਿਆ? ਕੀ ਦੱਸਾਂ ਤੈਨੂੰ, ਸਾਡੀ ਪਿਓ ਪੁੱਤ ਦੀ ਸੋਚ ਹੀ ਨਹੀਂ ਮਿਲਦੀ ਸੀ। ਪਰ ਇਸ ਦਾ ਮਤਲਬ ਇਹ ਵੀ ਤਾਂ ਨਹੀਂ ਕਿ ਘਰ ਛੱਡ ਕੇ ਹੀ ਚਲੇ ਜਾਓ। ਕੀ ਪਾਲ ਪੋਸ ਕੇ ਇਸ ਲਈ ਵੱਡਾ ਕੀਤਾ ਸੀ? ਤਾਂ ਹੌਲੀ ਜਿਹੇ ਪਾਪਾ ਬੋਲੇ, ਕਹਿੰਦੇ, ਕੀ ਦੱਸਾਂ ਯਾਰ, ਹੁਣ ਜ਼ਮਾਨਾ ਬਦਲ ਗਿਆ ਹੈ। ਅੱਜ ਕੱਲ੍ਹ ਦੇ ਬੱਚੇ ਇਹਨਾਂ ਗੱਲਾਂ ਨੂੰ ਕਿੱਥੇ ਸੋਚਦੇ ਹਨ। ਪਰ ਮਾਪਿਓ ਦੇ ਲਈ ਵੀ ਉਹਨਾਂ ਦੇ ਫਰਜ਼ ਹੁੰਦੇ ਨੇ। ਉਹ ਤੁਹਾਡੇ ਤੋਂ ਦੂਰ ਆਪਣੀ ਜ਼ਿੰਦਗੀ ਵਿੱਚ ਮਸਤ ਹੈ। ਅੰਕਲ ਦੇ ਜਾਂਦੇ ਹੀ ਮੰਮੀ ਪਾਪਾ ਤੇ ਭੜਕ ਪਈ। ਆਪਣੇ ਦੋਸਤ ਦੇ ਅੱਗੇ ਆਪਣੇ ਪੁੱਤ ਨੂੰ ਕਿਉਂ ਭੰਡ ਰਹੇ ਹੋ? ਆਪਣੀ ਗੱਲ ਵੀ ਉਸ ਨੂੰ ਦੱਸ ਦੇ ਕਿ ਮੈਂ ਵੀ ਦਾਜ ਮੰਗ ਰਿਹਾ ਸੀ। ਤੇਰੇ ਲਾਲਚ ਕਰਕੇ ਹੀ ਜਵਾਨ ਪੁੱਤ ਨੂੰ ਘਰ ਛੱਡ ਕੇ ਜਾਣਾ ਪਿਆ। ਮੈਂ ਕੀ ਸੋਚਿਆ ਸੀ ਪੁੱਤ ਦੇ ਵਿਆਹ ਨੂੰ ਲੈ ਕੇ, ਪਰ ਤੇਰੇ ਲਾਲਚ ਅੱਗੇ ਸਭ ਕੁਝ ਖਤਮ ਹੋ ਗਿਆ। ਮੰਮੀ ਰੋਣ ਲੱਗੀ। ਪਾਪਾ ਮੰਮੀ ਨੂੰ ਗੁੱਸੇ ਨਾਲ ਬੋਲਣ ਲੱਗੇ, ਕਹਿੰਦੇ, ਤੂੰ ਤਾਂ ਐਂ ਕਹਿ ਰਹੀ ਹੈ ਜਿਵੇਂ ਮੈਂ ਇਕੱਲਾ ਹੀ ਪੈਸੇ ਮੰਗ ਰਿਹਾ ਸੀ। ਕੀ ਤੂੰ ਉਸ ਵਕਤ ਮੇਰੇ ਨਾਲ ਨਹੀਂ ਸੀ? ਅੱਜ ਤੂੰ ਦੁੱਧ ਦੀ ਧੋਤੀ ਬਣ ਰਹੀ ਹੈ। ਜੇ ਤੈਨੂੰ ਇੰਨਾ ਹੀ ਸੀ ਤਾਂ ਤੂੰ ਉਸ ਵਕਤ ਕਿਉਂ ਨਹੀਂ ਬੋਲੀ ਕਿ ਤੂੰ ਦਾਜ ਨਾ ਮੰਗ? ਰੁਪਿੰਦਰ, ਤੂੰ ਹੀ ਦੱਸ ਕਿ ਤੇਰੀ ਮੰਮੀ ਦਾਜ ਲੈਣਾ ਨਹੀਂ ਚਾਹੁੰਦੀ ਸੀ। ਪਾਪਾ ਨੇ ਮੈਨੂੰ ਵੀ ਆਪਣੇ ਵੱਲ ਕਰਨਾ ਚਾਹਿਆ, ਪਰ ਮੰਮੀ ਵੀ ਪਿੱਛੇ ਰਹਿਣ ਵਾਲੀ ਨਹੀਂ ਸੀ। ਉਹ ਵੀ 1 ਮਿੰਟ ਚੁੱਪ ਨਾ ਰਹੀ ਤੇ ਕਹਿੰਦੀ, ਰੁਪਿੰਦਰ, ਤੂੰ ਸੱਚ ਦੱਸ, ਜ਼ਿਆਦਾ ਇੱਛਾ ਕਿਸ ਦੀ ਸੀ, ਤੇਰੇ ਪਾਪਾ ਦੀ ਜਾਂ ਮੇਰੀ? ਓਹੋ ਮੰਮੀ ਪਾਪਾ, ਤੁਸੀਂ ਚੁੱਪ ਰਹੋ। ਮੈਨੂੰ ਖਿੰਝ ਆ ਗਈ। ਜੋ ਬੀਤ ਗਿਆ ਹੁਣ ਉਸ ਬਾਰੇ ਗੱਲ ਕਰਨ ਦਾ ਕੀ ਫਾਇਦਾ? ਬੀਤਿਆ ਹੋਇਆ ਸਮਾਂ ਹੁਣ ਰੱਬ ਹੱਥ ਨਹੀਂ ਆ ਸਕਦਾ। ਹਾਂ, ਆਉਣ ਵਾਲਾ ਸਮਾਂ ਆਪਣੇ ਹੱਥ ਵਿੱਚ ਹੈ। ਹੁਣ ਉਸ ਨੂੰ ਤੁਸੀਂ ਸੁਧਾਰ ਸਕਦੇ ਹੋ। ਇੰਨਾ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਈ। ਹੁਣ ਮੰਮੀ ਪਾਪਾ ਦੋਨੇ ਬਹੁਤ ਪਰੇਸ਼ਾਨ ਰਹਿੰਦੇ ਸੀ। ਮੰਮੀ ਮੈਨੂੰ ਅਕਸਰ ਹੀ ਪੁੱਛਦੀ ਰਹਿੰਦੀ ਕਿ ਤੂੰ ਗੁਰਜੋਤ ਦੇ ਕੋਲ ਗਈ ਸੀ? ਜੇ ਮੈਂ ਹਾਂ ਕਹਿ ਦਿੰਦੀ ਤਾਂ ਉਹ ਇੱਕਦਮ ਉੱਠ ਕੇ ਬੈਠ ਜਾਂਦੀ ਤੇ ਪੁੱਛਦੀ, ਉਹ ਕਿਵੇਂ ਹੈ, ਠੀਕ ਹੈ, ਵਗੈਰਾ ਵਗੈਰਾ। ਮੈਂ ਜਾਣਦੀ ਸੀ ਕਿ ਹੁਣ ਮੰਮੀ ਪਾਪਾ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ। ਦੋਨੇ ਅਜੀਬ ਜਿਹੀ ਕਸ਼ਮਕਸ਼ ਵਿੱਚ ਫਸੇ ਹੋਏ ਸੀ। ਇੱਕ ਪਾਸੇ ਪੁੱਤ ਤੇ ਨੂੰਹ ਦਾ ਪਿਆਰ ਤੇ ਦੂਜੇ ਪਾਸੇ ਉਹਨਾਂ ਦਾ ਆਪਣਾ ਹੰਕਾਰ। ਇੱਕ ਦਿਨ ਮੈਂ ਕਾਲਜ ਤੋਂ ਵਾਪਸ ਆਈ ਤਾਂ ਮੈਂ ਦੇਖਿਆ ਕਿ ਮੰਮੀ ਪਾਪਾ ਚਾਹ ਪੀ ਰਹੇ ਸਨ। ਮੈਂ ਉਹਨਾਂ ਨੂੰ ਦੱਸਿਆ ਕਿ ਅੱਜ ਮੈਂ ਗੁਰਜੋਤ ਦੇ ਘਰ ਗਈ ਸੀ। ਪਰਨੀਤ ਨੂੰ ਬਹੁਤ ਬੁਖਾਰ ਸੀ। ਮੰਮੀ ਚਿੰਤਾ ਵਿੱਚ ਬੈਠ ਗਈ ਤੇ ਕਹਿੰਦੀ, ਉਹ ਤਾਂ ਪਹਿਲਾਂ ਹੀ ਕਮਜ਼ੋਰ ਹੈ, ਉਸ ਦੀ ਦੇਖਭਾਲ ਕੌਣ ਕਰਦਾ ਹੋਏਗਾ? ਪਾਪਾ ਕਹਿੰਦੇ, ਗੁਰਜੋਤ ਦੀ ਮੰਮੀ, ਤੂੰ ਰੋਟੀ ਬਣਾ ਦੇ, ਰੁਪਿੰਦਰ ਉਹਨਾਂ ਨੂੰ ਦੇ ਆਏਗੀ। ਕੁਝ ਟਾਈਮ ਤਾਂ ਮੈਂ ਚੁੱਪ ਰਹੀ ਤੇ ਫਿਰ ਮੈਂ ਕਿਹਾ, ਮੰਮੀ ਸੱਚ ਦੱਸੋ, ਕੀ ਤੁਹਾਡਾ ਦਿਲ ਨਹੀਂ ਕਰਦਾ ਗੁਰਜੋਤ ਨੂੰ ਦੇਖਣ ਨੂੰ? ਪੁੱਤ, ਦਿਲ ਤਾਂ ਬਹੁਤ ਕਰਦਾ ਹੈ। ਅਕਸਰ ਰਾਤ ਨੂੰ ਨੀਂਦ ਖੁੱਲ੍ਹ ਜਾਂਦੀ ਹੈ ਤੇ ਉਸ ਵਕਤ ਮੰਜੇ ਤੇ ਚੈਨ ਨਹੀਂ ਆਉਂਦਾ। ਜੇ ਤੇਰੇ ਪਾਪਾ ਨੂੰ ਕੁਝ ਕਹਿੰਦੀ ਹਾਂ ਤਾਂ ਉਹਨਾਂ ਦੀਆਂ ਅੱਖਾਂ ਤਾਂ ਪਹਿਲਾਂ ਹੀ ਭਰ ਜਾਂਦੀਆਂ ਨੇ। ਕਹਿੰਦੇ ਹਨ ਕਿ ਮਾਂ ਪਿਓ ਤਾਂ ਆਪਣੇ ਘਰ ਨੂੰ ਵਸਾਉਂਦੇ ਆ ਤੇ ਅਸੀਂ ਵਸੇ ਵਸਾਏ ਘਰ ਦੇ ਟੁਕੜੇ ਕਰ ਦਿੱਤੇ। ਜੇ ਮੰਮੀ ਤੁਸੀਂ ਚਾਹੋ ਤਾਂ ਇਹਨਾਂ ਟੁਕੜਿਆਂ ਨੂੰ ਹੁਣ ਜੋੜ ਵੀ ਸਕਦੇ ਹੋ, ਇਸ ਘਰ ਨੂੰ ਫਿਰ ਵਸਾ ਸਕਦੇ ਹੋ। ਰੁਪਿੰਦਰ, ਗੁਰਜੋਤ ਸਾਨੂੰ ਯਾਦ ਕਰਦਾ ਹੈ। ਮੰਮੀ, ਤੁਹਾਨੂੰ ਆਪਣੀ ਮਮਤਾ 'ਤੇ ਭਰੋਸਾ ਨਹੀਂ ਹੈ? ਜੇ ਤੁਸੀਂ ਉਸ ਨੂੰ ਨਹੀਂ ਭੁੱਲੇ ਤਾਂ ਉਹ ਤੁਹਾਨੂੰ ਕਿਵੇਂ ਭੁੱਲ ਸਕਦਾ ਹੈ? ਤੁਸੀਂ ਮੇਰੀ ਗੱਲ ਮੰਨੋ ਤੇ ਹੁਣ ਤੁਹਾਡੇ ਕੋਲ ਇਹ ਬਹੁਤ ਵੱਡਾ ਮੌਕਾ ਹੈ ਗੁਰਜੋਤ ਤੇ ਪਰਨੀਤ ਦੇ ਕੋਲ ਜਾਣ ਦਾ, ਤੇ ਤੁਹਾਡਾ ਵਡੱਪਣ ਵੀ ਬਣ ਜਾਏਗਾ ਤੇ ਤੁਹਾਡੀ ਇੱਛਾ ਵੀ ਪੂਰੀ ਹੋ ਜਾਏਗੀ। ਠੀਕ ਹੈ ਗੁਰਜੋਤ ਦੀ ਮੰਮੀ, ਆਪਾਂ ਚੱਲਦੇ ਹਾਂ ਆਪਣੇ ਪੁੱਤ ਤੇ ਨੂੰਹ ਦੇ ਕੋਲ। ਜਦੋਂ ਅਸੀਂ ਗੁਰਜੋਤ ਦੇ ਘਰ ਗਏ ਤਾਂ ਸਾਨੂੰ ਇਸ ਤਰ੍ਹਾਂ ਘਰ ਆਇਆ ਵੇਖ ਕੇ ਗੁਰਜੋਤ ਹੱਕਾ ਬੱਕਾ ਰਹਿ ਗਿਆ। ਪਰਨੀਤ ਨੇ ਉਸੇ ਵੇਲੇ ਉੱਠ ਕੇ ਮੰਮੀ ਪਾਪਾ ਦੇ ਪੈਰਾਂ ਨੂੰ ਹੱਥ ਲਾਇਆ। ਦੋਨਾਂ ਦੇ ਸਿਰ ਤੇ ਹੱਥ ਰੱਖ ਕੇ ਮੰਮੀ ਕਹਿੰਦੀ, ਸਾਨੂੰ ਮਾਫ਼ ਕਰ ਦਿਓ।
ਪੁੱਤ ਅਸੀਂ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਾ ਹਾਂ। ਇਸ ਤਰ੍ਹਾਂ ਨਾ ਕਰੋ ਮੰਮੀ। ਮਾफ़ੀ ਮੰਗਣ ਦਾ ਹੱਕ ਸਿਰਫ ਬੱਚਿਆਂ ਦਾ ਹੁੰਦਾ ਹੈ। ਮੰਮੀ ਪਾਪਾ ਨੂੰ ਵੇਖ ਕੇ ਗੁਰਜੋਤ ਦਾ ਚਿਹਰਾ ਖੁਸ਼ੀ ਨਾਲ ਚਮਕ ਗਿਆ। ਉਸਨੇ ਪੂਰੇ ਸਤਿਕਾਰ ਨਾਲ ਸਾਰਿਆਂ ਨੂੰ ਬਿਠਾਇਆ ਤੇ ਮੈਂ ਚਾਹ ਬਣਾ ਦਿੱਤੀ। ਚਾਹ ਪੀਂਦੇ ਹੋਏ ਪਾਪਾ ਕਹਿੰਦੇ, ਬੱਚਿਓ ਪੁਰਾਣੀਆਂ ਗੱਲਾਂ ਭੁੱਲ ਕੇ ਤੁਸੀਂ ਹੁਣ ਆਪਣੇ ਘਰ ਚਲੋ। ਗੁਰਜੋਤ ਕਹਿੰਦਾ, ਪਾਪਾ ਮੈਂ ਬੇਸ਼ੱਕ ਤੁਹਾਡੇ ਤੋਂ ਅਲੱਗ ਰਹਿੰਦਾ ਸੀ, ਪਰ ਮੈਂ ਦਿਲੋਂ ਤੁਹਾਡੇ ਤੋਂ ਕਦੀ ਦੂਰ ਨਹੀਂ ਸੀ। ਤੁਸੀਂ ਜਦੋਂ ਕਹੋਗੇ ਅਸੀਂ ਉਦੋਂ ਹੀ ਆ ਜਾਵਾਂਗੇ। ਮੰਮੀ ਪਾਪਾ ਦੇ ਪਛਤਾਵੇ ਬਾਰੇ ਮੈਂ ਪਹਿਲਾਂ ਹੀ ਗੁਰਜੋਤ ਨੂੰ ਦੱਸ ਦਿੱਤਾ ਸੀ। ਫਿਰ ਦੇਰ ਕਿਸ ਗੱਲ ਦੀ ਹੈ, ਤੁਸੀਂ ਅੱਜ ਹੀ ਸਾਡੇ ਨਾਲ ਚੱਲੋ। ਸਮਾਨ ਬਾਅਦ ਵਿੱਚ ਆਉਂਦਾ ਰਹੇਗਾ। ਪ੍ਰਨੀਤ ਬਿਮਾਰ ਹੈ ਤੇ ਇਸ ਦੀ ਘਰ ਵਿੱਚ ਦੇਖਭਾਲ ਹੋਏਗੀ। ਤੇ ਫਿਰ ਗੁਰਜੋਤ ਤੇ ਪ੍ਰਨੀਤ ਨਾਲ ਅਸੀਂ ਆਪਣੇ ਘਰ ਆ ਗਏ। ਤਾਂ ਮੈਂ ਸੋਚ ਰਹੀ ਸੀ, ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਹਮੇਸ਼ਾ ਧੁੱਪ ਅਤੇ ਛਾਂ ਦੀ ਤਰ੍ਹਾਂ ਹੁੰਦੇ ਹਨ। ਜਿੱਥੇ ਦਿਲਾਂ ਵਿੱਚ ਪਿਆਰ ਹੁੰਦਾ ਹੈ, ਉੱਥੇ ਰਿਸ਼ਤਿਆਂ ਦੀ ਡੋਰ ਇੰਨੀ ਆਸਾਨੀ ਨਾਲ ਨਹੀਂ ਟੁੱਟਦੀ ਦੋਸਤੋ। ਤਾਂ ਦੋਸਤੋ, ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ ਦੋਸਤੋ।